ਗਿਆਨ ਕੇ ਮੁਜੱਸਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੰਧਿਆ ਦੇ ਸਮੇਂ ਸਜੇ ਦੀਵਾਨਾਂ ਦੀ ਆਪ ਸੰਗਤ ਹਾਜ਼ਰੀ ਭਰ ਰਹੇ ਹੋ, ਜਿਹਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਜੀਵਨ ਦੀਆਂ ਕੁਝ ਸਾਖੀਆਂ ਆਪਾਂ ਸਾਰੇ ਸਰਵਣ ਕਰਦੇ। ਜਿੱਥੇ ਜਿੱਥੇ ਮਹਾਰਾਜ ਕੁਝ ਅੰਧਕਾਰ ਬਣਿਆ ਦੇਖਦੇ ਨੇ, ਉੱਥੇ ਉੱਥੇ ਪਹੁੰਚ ਕੇ ਜੀਵਾਂ ਨੂੰ ਸਿੱਧੇ ਰਸਤੇ 'ਤੇ ਪਾਉਂਦੇ। ਹੁਣ ਸਤਿਗੁਰੂ ਮਹਾਰਾਜ ਜੀ ਨੇ ਜਾਣਿਆ ਕਿ ਮੱਕੇ ਕਾਬੇ ਦੇ ਅੰਦਰ ਜਿਹੜੇ ਕੁਝ ਉਹਨਾਂ ਦੇ ਪੈਗੰਬਰਾਂ ਨੇ ਉਹਨਾਂ ਨੂੰ ਸਿਧਾਂਤ ਬਖਸ਼ਿਆ ਸੀ, ਉਹ ਹੁਣ ਉਹ ਸਿਧਾਂਤ ਤੋਂ ਵਾਂਝੇ ਹੋ ਗਏ। ਉਹ ਮੁਸਲਮਾਨ ਲੋਕ ਉੱਥੋਂ ਦੇ ਜਿਹੜੇ ਕੁਝ ਮਲਾਣੇ ਸਨ, ਅਤੇ ਭਾਈ ਮਰਦਾਨੇ ਦੇ ਮਨ ਅੰਦਰ ਫੁਰਨਾ ਵੀ ਬਣਿਆ ਕਿ ਮੈਂ ਉੱਥੋਂ ਦੇ ਜਾ ਕੇ ਦਰਸ਼ਨ ਕਰਾਂ। ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੀ ਇਹ ਸੰਗਤ ਜੀ ਅਨੋਖੀ ਖੇਡ ਹੈ ਕਿ ਆਪ ਹੀ ਸਾਰਾ ਕੁਝ ਕਰਨ ਕਰਾਉਣ ਵਾਲੇ ਨੇ। ਹੁਣ ਉੱਥੋਂ ਦੇ ਮਲਾਣਿਆਂ ਦੇ ਭਰਮ ਨੂੰ ਦੂਰ ਕਰਨ ਵਾਸਤੇ ਮਹਾਰਾਜ ਕਾਬੇ ਪਹੁੰਚ ਜਾਂਦੇ। ਪਿਛਲੇ ਪ੍ਰਸੰਗ ਅੰਦਰ ਆਪਾਂ ਸਾਰਾ ਕੁਝ ਸਰਵਣ ਕੀਤਾ ਹੈ ਕਿ ਮਹਾਰਾਜ ਭਾਈ ਮਰਦਾਨੇ ਨੂੰ ਅੰਦਰ ਸਾਰਾ ਕੁਝ ਦੇਖਣ ਵਾਸਤੇ ਭੇਜਦੇ, ਅਤੇ ਭਾਈ ਮਰਦਾਨਾ ਅੰਦਰੋਂ ਦੇਖ ਕੇ ਆਉਂਦਾ ਹੈ, ਆਣ ਕੇ ਸਤਿਗੁਰਾਂ ਜੀ ਨੂੰ ਦੱਸਦਾ ਹੈ। ਕੁਝ ਬਚਨ ਵਿਲਾਸ ਹੁੰਦੇ ਨੇ। ਉਹ ਜਿਹੜਾ ਦਿਨ ਉੱਦਾਂ ਹੀ ਬਤੀਤ ਹੋ ਗਿਆ ਗੱਲਾਂ ਬਾਤਾਂ ਕਰਦਿਆਂ, ਅਤੇ ਰਾਤ ਪੈ ਗਈ। ਸਤਿਗੁਰਾਂ ਜੀ ਨੇ ਉੱਥੇ ਹੀ ਕਾਬੇ ਦੇ ਬਾਹਰ ਹੀ ਕਾਬੇ ਵੱਲ ਨੂੰ ਮਹਾਰਾਜ ਪੈਰ ਕਰਕੇ ਤੇ ਪੈ ਗਏ, ਆਰਾਮ ਕਰਦੇ ਪਏ ਸੀ। ਰਾਤ ਲੰਘੀ, ਜਦੋਂ ਸਵਾ ਪੈ ਰਾਤ ਰਹਿ ਗਈ ਤੇ ਇੱਕ ਜੀਵਨ ਨਾਮੇ ਮੁੱਲਾ ਉੱਥੇ ਆਇਆ, ਜਿਹੜਾ ਹਰ ਰੋਜ਼ ਉੱਥੇ ਕੁਝ ਝਾੜੂ ਪੋਚਾ ਕਰਿਆ ਕਰਦਾ ਸੀ। ਉਹਨੇ ਆਣ ਕੇ ਦੇਖਿਆ ਕਿ ਇਹ ਜਿਹੜੇ ਤਿੰਨ ਕੁਝ ਫਕੀਰ ਲੋਕ ਨੇ, ਇਹਨੇ ਸਾਡੇ ਕਾਬੇ ਵੱਲ ਪੈਰ ਕੀਤੇ ਹੋਏ। ਆਉਂਦਿਆਂ ਸਾਰ ਮਹਾਰਾਜ ਜੀ ਨੂੰ ਉਹਨੇ ਬਹੁਤ ਤੇਜ਼ੀ ਦੇ ਨਾਲ ਲੱਤ ਮਾਰੀ ਅਤੇ ਕੁਝ ਖੋਟੇ ਬਚਨ ਕਹਿਣੇ ਸ਼ੁਰੂ ਕਰ ਦਿੱਤੇ। ਭਾਈ ਬਾਲਾ ਜੀ ਨੇ ਇਹ ਸਾਰੀ ਗੱਲਬਾਤ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੁਣਾਈ, ਅਤੇ ਗੁਰੂ ਅੰਗਦ ਦੇਵ ਮਹਾਰਾਜ ਵੀ ਸੁਣ ਕੇ ਉਹਨਾਂ ਦਾ ਹਿਰਦਾ ਵੀ ਕੁਝ ਦੁਖੀ ਹੋਇਆ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਹਨਾਂ ਨੇ ਆਪਣਾ ਗੁਰੂ ਬਣਾਇਆ ਸੀ। ਅਤੇ ਜਦੋਂ ਫਿਰ ਕੋਈ ਗੁਰੂ ਦੇ ਬਾਬਤ ਮਾੜੇ ਅਪਸ਼ਬਦ ਬੋਲਦਾ ਹੈ, ਗੁਰੂ ਦੀ ਨਰਾਦਰੀ ਕਰਦਾ, ਉਹਨਾਂ ਨੂੰ ਦੁੱਖ ਹੁੰਦਾ ਹੈ। ਜਿਹੜੇ ਗੁਰੂ ਨੂੰ ਅਸਲ ਦੇ ਵਿੱਚ ਗੁਰੂ ਜਾਣਦੇ ਨੇ, ਜਿਨ੍ਹਾਂ ਨੇ ਬਾਰੀ ਬਾਰੀ ਕੁਝ ਮੰਨਿਆ ਹੋਇਆ, ਉਹਨਾਂ ਦੇ ਹਿਰਦੇ ਨਹੀਂ ਦੁਖੀ ਹੁੰਦੇ। ਹੁਣ ਵੀ ਕਈ ਥਾਵਾਂ 'ਤੇ ਮਹਾਰਾਜ ਜੀ ਦੀਆਂ ਬੇਅਦਬੀਆਂ ਹੁੰਦੀਆਂ ਨੇ। ਉਹ ਕੋਈ ਟਾਵੇਂ ਗੁਰਸਿੱਖ ਨੇ ਜਿਹੜੇ ਫਿਰ ਉਹ ਬੇਅਦਬੀ ਦਾ ਸੰਗਤ ਜੀ ਬਦਲਾ ਲੈਂਦੇ, ਆਪਣੇ ਜੀਵਨ ਨੂੰ ਗੁਰੂ ਕੇ ਲੇਖੇ ਲਾ ਦਿੰਦੇ ਨੇ। ਅਨੇਕਾਂ ਜਿਹੜੇ ਸੂਰਬੀਰ ਸਿੰਘ, ਜਿਹੜੇ ਕੁਝ ਜੇਲ੍ਹਾਂ ਵਿੱਚ ਵੀ ਬੈਠੇ ਹੋਏ, ਜਿਨ੍ਹਾਂ ਨੇ ਗੁਰੂ ਵਾਸਤੇ ਸੰਗਤ ਜੀ ਸੱਚ ਦੇ ਰਾਹ 'ਤੇ ਜਿਹੜੇ ਤੁਰੇ, ਉਹਨਾਂ ਨੂੰ ਫਿਰ ਤਸੀਹੇ ਜਿਹੜੇ ਨੇ ਉਹ ਮਿਲਿਆ ਹੀ ਕਰਦੇ ਨੇ। ਸੱਚ ਬੋਲੋਗੇ ਤੇ ਇਹ ਸਿਆਣੇ ਆਖਿਆ ਕਰਦੇ, ਸੱਚ ਤੇ ਕੱਚ ਹਮੇਸ਼ਾ ਹੀ ਚੁੱਭਦਾ ਹੈ। ਅਤੇ ਸੱਚ ਦੇ ਰਾਹ 'ਤੇ ਤੁਰੇ ਤੇ ਕੁਝ ਉਹਨਾਂ ਨੂੰ ਮੁਸ਼ੱਕਤਾਂ ਘਾਲਣੀਆਂ ਪਈਆਂ, ਹੁਣ ਵੀ ਘਾਲ ਰਹੇ ਨੇ, ਪਹਿਲੇ ਸਮੇਂ ਅੰਦਰ ਵੀ ਘਾਲੀਆਂ। ਕਹਿ ਲਓ ਕਿ ਜਿਨ੍ਹਾਂ ਨੇ ਅਸਲ ਵਿੱਚ ਗੁਰੂ ਮੰਨਿਆ, ਉਹਨਾਂ ਦਾ ਹਿਰਦਾ ਦੁਖੀ ਹੁੰਦਾ ਹੈ। ਬਾਕੀ ਤੇ ਸੰਗਤ ਜੀ ਹੋਰ ਵੀ ਬੇਅੰਤ ਗੱਲਾਂ ਨੇ। ਰਹੋ ਵਿਚਾਰ। ਗੁਰੂ ਅੰਗਦ ਦੇਵ ਮਹਾਰਾਜ ਇਤਿਹਾਸ ਨੂੰ ਸੁਣਦਿਆਂ ਉਹਨਾਂ ਦਾ ਹਿਰਦਾ ਵੀ ਸੰਗਤ ਜੀ ਕੁਝ ਦੁਖੀ ਹੋ ਗਿਆ ਮਹਾਰਾਜ ਜੀ ਦੇ ਐਸੇ ਪ੍ਰਸੰਗ ਨੂੰ ਸੁਣ ਕੇ। ਦੇਖੋ, ਜਿੱਥੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਥਾਂ ਥਾਂ 'ਤੇ ਲੋਕ ਵਡਿਆਈ ਕਰਦੇ ਨੇ, ਉਦੋਂ ਗੁਰੂ ਅੰਗਦ ਦੇਵ ਮਹਾਰਾਜ ਖੁਸ਼ ਵੀ ਹੁੰਦੇ, ਜਾਣਦੇ ਸੀ ਕਿ ਮਹਾਰਾਜ ਹੈ ਹੀ ਵਡਿਆਈ ਦੇ ਯੋਗ ਨੇ।
ਪਰ ਹੁਣ ਇੱਥੇ ਜਿਹੜਾ ਕੁਝ ਬੇਸਮਝ ਬੇਅਕਲਾ ਬੰਦਾ ਜੀਵਨ ਮੁੱਲਾ, ਉਹਨੇ ਕਿਸੇ ਤਰ੍ਹਾਂ ਵੀ ਸਤਿਗੁਰਾਂ ਜੀ ਦੀ ਵਡਿਆਈ ਨੂੰ ਨਾ ਜਾਣਿਆ ਤੇ ਆਣ ਕੇ ਲੱਤ ਮਾਰ ਦਿੱਤੀ। ਕੁਝ ਮੰਦੇ ਸ਼ਬਦ ਕਹੇ, ਆਖਦਾ ਕਿ ਇੱਥੋਂ ਚਲੇ ਜਾਓ ਨਹੀਂ ਤੇ ਤੁਹਾਡੀ ਮੌਤ ਆ ਜਾਵੇਗੀ। ਤੁਹਾਡੇ ਦੁੱਖਾਂ ਵਾਲੇ ਦਿਨ ਸ਼ੁਰੂ ਹੋ ਚੁੱਕੇ ਨੇ, ਮੈਨੂੰ ਇਹ ਭਾਸਦਾ ਹੈ। ਤੁਹਾਨੂੰ ਬਿਲਕੁਲ ਹੀ ਸਾਡੇ ਜਿਹੜੇ ਇਹ ਰਸੂਲ ਨੇ ਇਹਨਾਂ ਦੀ ਕਦਰ ਨਹੀਂ। ਤੁਸੀਂ ਸਾਡੇ ਰਸੂਲ ਦੇ ਘਰ ਵੱਲ, ਮੰਦਰ ਵੱਲ ਪੈਰ ਕਰਕੇ ਪੈ ਗਏ। ਤੁਸੀਂ ਮੈਨੂੰ ਮੁਸਲਮਾਨ ਨਹੀਂ ਲੱਗਦੇ, ਹਿੰਦੂ ਲੱਗਦੇ ਹੋ, ਕਿਉਂਕਿ ਮੁਸਲਮਾਨ ਇੱਦਾਂ ਦੀ ਕਤਾਈ ਨਹੀਂ ਕਰ ਸਕਦਾ ਕਦੀ ਵੀ। ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ। ਗੱਲਾਂ ਕਰਦੇ ਕਰਦੇ ਇੰਨੇ ਸਮੇਂ ਨੂੰ ਸਵੇਰ ਚੜ੍ਹ ਗਈ। ਕੁਝ ਹੋਰ ਵੀ ਜਿਹੜੇ ਕਾਜੀ ਮੁਲਾਣੇ ਸਨ ਉਹ ਵੀ ਆ ਗਏ ਉੱਥੇ ਕਾਬੇ ਦੇ ਵਿੱਚ ਦਰਸ਼ਨਾਂ ਵਾਸਤੇ। ਤੇ ਇੱਧਰ ਜਦੋਂ ਇਹ ਜੀਵਨ ਮੁੱਲੇ ਨੇ ਮਹਾਰਾਜ ਜੀ ਦੇ ਪੈਰ ਫੜ ਕੇ ਸੰਗਤ ਜੀ ਮਹਾਰਾਜ ਜੀ ਨੂੰ ਘੁਮਾ ਦਿੱਤਾ ਸੀ ਤੇ ਮੱਕਾ ਵੀ ਫਿਰ ਗਿਆ ਨਾਲ ਹੀ। ਕਈ ਫਿਰ ਲੋਕ ਕਈ ਤਰ੍ਹਾਂ ਦੀਆਂ ਸੰਗਤ ਜੀ ਇਤਿਹਾਸ ਨੂੰ ਜੋ ਕਹਿ ਲਓ ਕਿ ਬਦਲਣ ਦਾ ਯਤਨ ਕਰ ਰਹੇ ਨੇ, ਕੁਰੀਤੀਆਂ ਕਰ ਰਹੇ ਨੇ। ਪਰ ਜੋ ਸੱਚ ਉਹ ਸੱਚ ਹੀ ਰਹਿਣਾ ਹੈ। ਕਈ ਕਹਿ ਦਿੰਦੇ ਨੇ ਨਾ ਬਾਬਾ ਦੀਪ ਸਿੰਘ ਜੀ ਦਾ ਵੀ ਸਿਰ ਨਹੀਂ ਸੀ ਲੱਥਾ, ਉਹ ਥੋੜ੍ਹੀ ਜਿਹੀ ਝਰੀਟ ਆ ਗਈ ਸੀ। ਕਈ ਆਖਦੇ ਨੇ ਬਾਬਾ ਬਚਿੱਤਰ ਸਿੰਘ ਜੀ ਨੇ ਨਾਗਣੀ ਮੱਥੇ 'ਚ ਨਹੀਂ ਸੀ ਮਾਰੀ, ਉਹਦੀ ਅੱਖ ਨੰਗੀ ਸੀ ਹਾਥੀ ਦੀ। ਉਹਨਾਂ ਨੇ ਇਤਿਹਾਸ ਨੂੰ ਹੀ ਸੰਗਤ ਜੀ ਕੁਝ ਬਦਲ ਕੇ ਰੱਖ ਦਿੱਤਾ ਹੈ। ਜਿਹੜੇ ਕੁਝ ਨਾਸਤਕ ਬਿਰਤੀ ਵਾਲੇ ਲੋਕ ਨੇ, ਪਹਿਲਾਂ ਤੇ ਪ੍ਰਚਾਰ ਇਹ ਕਰਿਆ ਕਰਦੇ ਸੀ ਕਿ ਮੱਥੇ ਵਿੱਚ ਨਾਗਣੀ ਮਾਰੀ, 7 ਫੌਲਾਦ ਦੇ ਤਵੇ ਪਾੜ ਦਿੱਤੇ। ਜਦੋਂ ਕੁਝ ਪੈਸੇ ਆ ਗਏ ਤੇ ਫਿਰ ਆਖੇ ਜੀ ਅੱਖ ਨੰਗੀ ਸੀ ਹਾਥੀ ਦੀ। ਇਹ ਮਾਇਆ ਸੰਗਤ ਜੀ ਜੀਵ ਦਾ ਮਨ ਭਰਮਾ ਦਿੰਦੀ ਹੈ। ਗੁਰਬਾਣੀ ਦੇ ਪਾਵਨ ਬੋਲ ਨੇ, ਮਾਇਆ ਚਿਤ ਭਰਮੇਨ ਇਸ਼ਟ ਮਿਤਰੇਖ ਬਾਂਧਵਹਿ। ਮਾਇਆ ਸਾਰਿਆਂ ਤੋਂ ਪਹਿਲਾਂ ਆਪਣੇ ਇਸ਼ਟ ਤੋਂ ਤੋੜਦੀ ਹੈ। ਆਪਣੇ ਧਰਮ ਤੋਂ ਜੀਵ ਸੰਗਤ ਦੀ ਮਾਇਆ ਦੇ ਪ੍ਰਭਾਵ ਕਰਕੇ ਟੁੱਟ ਜਾਂਦਾ ਹੈ। ਤੇ ਜਦੋਂ 4 ਪੈਸੇ ਕੋਲ ਆ ਗਏ ਉਦੋਂ ਗੁਰੂ ਕੇ ਇਤਿਹਾਸ ਨੂੰ ਵਿਗਾੜ ਦਿੱਤਾ। ਹੋਰ ਵੀ ਕਈ ਤਰ੍ਹਾਂ ਦੀ ਸੰਗਤ ਜੀ ਕੁਰੀਤੀ ਕੀਤੀ ਜਾਂਦੀ। ਆਖੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲਾਂ ਹੀ 5 ਪਿਆਰਿਆਂ ਨੂੰ ਕਿਹਾ ਸੀ ਕਿ ਤੁਸੀਂ ਵਾਰੀ-ਵਾਰੀ ਉੱਠ ਕੇ ਆ ਜਿਓ ਮੇਰੇ ਕੋਲ। ਇੱਦਾਂ ਦੇ ਪ੍ਰਚਾਰਕ ਵੀ ਨੇ। ਕਹਿ ਲਓ ਕਿ ਉਹ ਮੰਦੀ ਮੱਤ ਵਾਲੇ, ਜਿੱਦਾਂ ਦਾ ਇਹ ਜੀਵਨ ਮੁੱਲਾ ਸੀ ਜਿਹਨੇ ਮਹਾਰਾਜ ਜੀ ਨੂੰ ਲੱਤ ਮਾਰੀ ਤੇ ਰਿਹਾ ਉਹਦਾ ਵੀ ਕੁਝ ਨਹੀਂ, ਤੇ ਜਿਹੜੇ ਗੁਰੂ ਕੇ ਇਤਿਹਾਸ ਨੂੰ ਲੱਤ ਮਾਰ ਰਹੇ ਨੇ ਤੇ ਰਹਿਣਾ ਉਹਨਾਂ ਦਾ ਵੀ ਕੁਝ ਨਹੀਂ ਹੈ। ਗੁਰੂ ਆ ਜਿਹੜਾ ਨਿੰਦਕ ਹੁੰਦਾ ਹੈ ਉਹ ਕਦੀ ਸੁੱਖ ਨਹੀਂ ਪਾਉਂਦਾ। ਗੁਰਬਾਣੀ ਆਖਦੀ ਹੈ ਜਿਹੜਾ ਸਾਧੂ ਹੋਵੇ, ਜੇ ਕੋਈ ਉਹਨੂੰ ਨਿੰਦੇ, ਹੋਵੇ ਸਾਧੂ। ਸਾਧ ਜਿਹੜਾ ਅਸਲ ਸਾਧ, ਜਿਹਨੇ ਮਨ ਨੂੰ ਸਾਧਿਆ ਹੋਇਆ ਹੈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਉੱਠਿਆ ਹੋਇਆ, ਮਾਇਆ ਵਿੱਚ ਖਚਤ ਸਾਧ ਨਹੀਂ ਹੋ ਸਕਦਾ। ਤੇ ਜੇ ਕੋਈ ਉਹਦੀ ਨਿੰਦਿਆ ਕਰਦਾ ਹੈ, ਮਹਾਰਾਜ ਕਹਿੰਦੇ ਸਰਪਰ ਜਾਨੋ ਨਰਕ ਹੀ ਪਰ ਹੈ, ਉਹ ਨਰਕ ਦੇ ਵਿੱਚ ਪੈਂਦਾ ਹੈ। ਤੇ ਜੇ ਫਿਰ ਗੁਰੂ ਦੀ ਨਿੰਦਿਆ ਕੀਤੀ ਜਾਵੇ ਫਿਰ ਕਿਹੜੇ ਨਰਕ ਦੇ ਵਿੱਚ ਪਵਾਂਗੇ? ਇਹਦਾ ਤੇ ਕੋਈ ਸੰਗਤ ਜੀ ਕਿਤੇ ਲਿਖਿਆ ਵੀ ਕੁਝ ਨਹੀਂ ਹੈ। ਗੁਰੂ ਕੇ ਇਤਿਹਾਸ ਨੂੰ ਵਿਗਾੜ ਦੇਣਾ ਆਪਣੀ ਮਰਜ਼ੀ ਦੇ ਨਾਲ, ਕਿਉਂਕਿ ਜਿੰਨੀ ਕੁ ਕਿਸੇ ਦੀ ਬਿਰਤੀ ਹੈ ਓਨੀ ਕੀ ਉਹ ਵਿਚਾਰ ਰੱਖਦੇ ਨੇ। ਜਿੰਨੀ ਕਿਸੇ ਅੰਦਰ ਸਮਰੱਥਾ ਹੋਵੇਗੀ ਓਨੀ ਲਾਂਘ ਭਰੇਗਾ ਨਾ। ਜਿੱਦਾਂ ਉਹ ਖੂਹ ਦੇ ਡੱਡੂ ਵਾਲੀ ਗੱਲ ਹੈ। ਖੂਹ ਦਾ ਡੱਡੂ ਖੂਹ ਦੇ ਵਿੱਚ ਤੈਰ ਰਿਹਾ ਸੀ ਕਿ ਇੰਨੇ ਸਮੇਂ ਨੂੰ ਹੰਸ ਆਣ ਕੇ ਮੌਨ 'ਤੇ ਬਹਿ ਗਿਆ। ਡੱਡੂ ਦੀ ਤੇ ਉਹ ਹੰਸ ਦੀ ਆਪਸ ਦੇ ਵਿੱਚ ਕੁਝ ਵਿਚਾਰ ਹੋਈ। ਡੱਡੂ ਕਹਿਣ ਲੱਗਾ ਕੌਣ ਹੈ ਤੂੰ? ਕਹਿੰਦਾ ਮੈਂ ਹੰਸ। ਕਹਿੰਦਾ ਅੱਛਾ, ਮੈਂ ਸੁਣਿਆ ਤੂੰ ਮਾਨ ਸਰੋਵਰ 'ਤੇ ਰਹਿੰਦਾ। ਕਹਿੰਦਾ ਹਾਂ। ਅੱਛਾ, ਕਿੱਡਾ ਕੁ ਵੱਡਾ ਮਾਨ ਸਰੋਵਰ? ਹੰਸ ਕਹਿਣ ਲੱਗਾ ਕਿ ਬਹੁਤ ਵੱਡਾ ਹੈ। ਉਹ ਡੱਡੂ ਨੇ ਛਾਲ ਮਾਰੀ, ਅੱਧ ਵਿੱਚ ਚਲਿਆ ਗਿਆ। ਕਹਿੰਦੇ ਐਡਾ ਕੀ ਹੋਣਾ ਹੈ? ਹੰਸ ਹੱਸਣ ਲੱਗ ਪਿਆ। ਕਹਿੰਦਾ ਨਹੀਂ, ਬਹੁਤ ਵੱਡਾ ਹੈ। ਛਾਲ ਮਾਰੀ, ਦੂਸਰੇ ਪਾਸੇ ਚਲਿਆ ਗਿਆ। ਕਹਿੰਦਾ ਐਡਾ ਕੁ ਹੋਣਾ ਹੈ? ਕਹਿੰਦਾ ਨਹੀਂ, ਐਡਾ ਵੀ ਨਹੀਂ। ਉਹ ਸੰਗਤ ਜੀ ਪਾਣੀ ਵਿੱਚ ਤੈਰ ਕੇ ਤੇ 4 ਚਫੇਰਾ ਗਾਹ ਲਿਆ ਖੂਹ ਦਾ।
ਕਹਿਣ ਲੱਗਾ ਕਿ ਏਡਾ ਫਿਰ ਹੋਵੇਗਾ, ਇਹਦੇ ਤੋਂ ਵੱਡਾ ਥੋੜ੍ਹਾ ਤੇਰਾ ਮਾਨ ਸਰੋਵਰ ਹੋ ਜਾਣਾ। ਹੰਸ ਜਿਹੜਾ ਸੀ ਹੱਸਣ ਲੱਗ ਪਿਆ, ਕਹਿੰਦਾ ਦੇਖ ਇਹ ਤੇਰੇ ਇਹ ਜਿਹੜੇ ਖੂਹ ਨੇ ਹਜ਼ਾਰਾਂ ਲੱਖਾਂ ਹੀ ਮਾਨ ਸਰੋਵਰ ਦੇ ਵਿੱਚ ਪੈ ਜਾਂਦੇ। ਭਾਵ ਇਹ ਸੀ ਕਿ ਇਹ ਜਿਹੜਾ ਕੁਝ ਕਹਾਣੀ ਹੈ ਜਿਹਦੇ ਵਿੱਚੋਂ ਆਪਾਂ ਸਿੱਖਣਾ ਕੀ ਸੀ ਕਿ ਜਿੰਨੀ ਕੁ ਉਹਦੀ ਬਿਰਤੀ ਸੀ ਡੱਡੂ ਦੀ, ਉਹਨੇ ਓਨਾ ਹੀ ਸਾਰਾ ਕੁਝ ਸਮਝਿਆ। ਜਿਨ੍ਹਾਂ ਦੀ ਵਿਸ਼ਾਲ ਬਿਰਤੀ ਫਿਰ ਵਿਸ਼ਾਲ ਸੋਚ ਰੱਖਦੇ ਨੇ, ਅਤੇ ਆਮ ਜਿਹੜੇ ਕੁਝ ਲੋਕ ਨੇ ਡੱਡੂ ਵਾਲੀ ਬਿਰਤੀ ਬਣ ਗਈ, ਜਿੰਨੀ ਕੁ ਉਹ ਆਪਣੇ ਅੰਦਰ ਸਮਰੱਥਾ ਸਮਝਦੇ ਓਨਾ ਕੁ ਗੁਰੂ ਨੂੰ ਜਾਣਦੇ ਨੇ। ਪਰ ਗੁਰੂ ਸੰਗਤ ਜੀ ਬੇਅੰਤ ਵੱਡਾ ਹੈ, ਪਾਰਾਵਾਰ ਤੋਂ ਪਰੇ ਹੈ, ਉਹਦਾ ਕਿਸੇ ਤਰ੍ਹਾਂ ਵੀ ਆਰ ਉਰਾਰ ਨਹੀਂ ਪਾਇਆ ਜਾ ਸਕਦਾ। ਪਰਮੇਸ਼ਰ ਦਾ ਹੀ ਸਰਗੁਣ ਸਰੂਪ ਹੈ। ਫਿਰ ਜੇ ਪਰਮੇਸ਼ਰ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ ਅਤੇ ਗੁਰੂ ਉਹਦਾ ਹੀ ਸਰੂਪ ਹੈ, ਉਹਦਾ ਕਿੱਦਾਂ ਫਿਰ ਪਾਰ ਉਰਾਰ ਆਪਾਂ ਪਾਵਾਂਗੇ। ਗੁਰੂ ਅੰਦਰ ਬੇਅੰਤ ਤਾਕਤਾਂ ਨੇ। ਗੁਰੂ ਅਰਜਨ ਦੇਵ ਮਹਾਰਾਜ ਆਖਦੇ ਇਹਨਾਂ ਗੱਲਾਂ ਨੂੰ। ਗੁਰੂ ਅੰਦਰ ਕਿੰਨੀ ਤਾਕਤ ਹੈ। ਹਲਤ ਪਲਤ ਜਾ ਕਾ ਨੇਤਰ ਫੋਰ, ਅੱਖ ਝਮਕਣ ਦੇ ਸਮੇਂ ਵਿੱਚ ਧਰਤੀ ਨੂੰ ਫਨਾ ਕਰ ਦੇਵੇ। ਆਪੇ ਥਾਪ ਉਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾਵਾਰ। ਉਹਦੇ ਅੰਦਰ ਐਸੀ ਸਮਰੱਥਾ ਹੈ, ਧਰਤੀ ਨੂੰ ਥਾਪ ਦੇਵੇ, ਭਾਵੇਂ ਪੁੱਠੀਆਂ ਕਰ ਦੇਵੇ ਫਿਰ ਸਿੱਧੀਆਂ ਕਰ ਦੇਵੇ, ਇਹ ਉਹਦੀ ਮਰਜ਼ੀ ਹੈ। ਉਹਦੇ ਅੰਦਰ ਇੰਨੀ ਸਮਰੱਥਾ ਤਾਕਤ ਹੈ। ਅਤੇ ਜਦੋਂ ਫਿਰ ਪਰਮੇਸ਼ਰ ਅੰਦਰ ਇੰਨੀ ਤਾਕਤ ਅਤੇ ਪਰਮੇਸ਼ਰ ਦਾ ਸਰਗੁਣ ਸਰੂਪ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਅੰਦਰ ਹੀ ਫਿਰ ਓਨੀ ਤਾਕਤ ਹੋਵੇਗੀ। ਫਿਰ ਉਹਨਾਂ ਨੇ ਸੰਗਤ ਜੀ ਫਿਰ ਮੱਕਾ ਜਿਹੜਾ ਘੁਮਾ ਦਿੱਤਾ ਸੀ। ਕਈ ਲੋਕ ਕਹਿੰਦੇ ਨੇ ਮੱਤ ਫਿਰ ਗਈ ਲੋਕਾਂ ਦੀ, ਪਰ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆ, ਨਿਰੰਕਾਰ ਦਾ ਸਰੂਪ ਹੀ ਸਨ ਮਹਾਰਾਜ। ਅਤੇ ਫਿਰ ਉਹ ਸਤਿਗੁਰਾਂ ਜੀ ਦੇ ਚਰਨਾਂ ਦੇ ਨਾਲ ਹੀ ਮੱਕਾ ਫਿਰ ਗਿਆ। ਜੀਵਨ ਕਾਜੀ ਨੇ ਮੁੱਲੇ ਨੇ ਦੇਖਿਆ ਵੀ ਕਿ ਮੱਕਾ ਘੁੰਮ ਗਿਆ ਹੈ, ਦੂਸਰੇ ਪਾਸੇ ਤੀਸਰੇ ਪਾਸੇ ਮਹਾਰਾਜ ਜੀ ਦੇ ਚਰਨ ਕੀਤੇ, ਉੱਧਰ ਮੱਕਾ ਚਲਿਆ ਗਿਆ। ਪਰ ਜਦੋਂ ਸੰਗਤ ਜੀ ਬਿਰਤੀ ਅੰਦਰ ਹੰਕਾਰ ਹੀ ਭਰਿਆ ਹੋਵੇ, ਖੋਟੀ ਮੱਤ ਭਰੀ ਹੋਵੇ, ਉਦੋਂ ਚੰਗੀ ਚੀਜ਼ ਵੀ ਸਾਨੂੰ ਉਹ ਭਾਸਦੀ ਨਹੀਂ। ਕਿਸੇ ਵੇਲੇ ਸਾਨੂੰ ਕਿਸੇ ਤੋਂ ਕੁਝ ਚੀਜ਼ ਸਿੱਖਣ ਨੂੰ ਪ੍ਰਾਪਤ ਹੁੰਦੀ ਹੈ, ਪਰ ਸਾਡੇ ਕੋਲੋਂ ਸਿੱਖੀ ਨਹੀਂ ਜਾਂਦੀ। ਕਿਉਂ ਨਹੀਂ ਸਿੱਖੀ ਜਾਂਦੀ? ਹੰਕਾਰ ਦਾ ਵੱਡਾ ਸੰਗਤ ਜੀ ਕਹਿ ਲਓ ਢੇਲਾ ਅਸੀਂ ਆਪਣੇ ਸਿਰ 'ਤੇ ਰੱਖਿਆ ਹੁੰਦਾ ਹੈ। ਉਹਦਾ ਭਾਰ ਲੱਥੇਗਾ ਅਤੇ ਦੂਜਾ ਭਾਰ ਚੱਕਾਂਗੇ ਨਾ, ਉਹੀ ਸਾਨੂੰ ਸਾਹ ਨਹੀਂ ਲੈਣ ਦਿੰਦਾ। ਹੁਣ ਕਿਸੇ ਨੂੰ ਇੱਥੇ ਵੱਡਾ ਪੱਥਰ ਚੁਕਾਇਆ ਹੋਵੇ ਅਤੇ ਆਖੀਏ ਕਿ ਆਹ ਪਾਣੀ ਦੀ ਬਾਲਟੀ ਵੀ ਨਾਲ ਫੜ, ਅਤੇ ਉਹ ਕਿੱਦਾਂ ਫੜੇਗਾ? ਫਿਰ ਉਹਨੇ ਕਹਿਣਾ ਮੇਰੇ ਕੋਲ ਤੋਂ ਪਹਿਲਾਂ ਨਹੀਂ ਸੰਭਲ ਹੋ ਰਿਹਾ। ਇਸੇ ਤਰ੍ਹਾਂ ਹੀ ਜਿਹਦੇ ਕੋਲ ਹੰਕਾਰ ਦਾ ਸੰਗਤ ਜੀ ਇਹ ਪੱਥਰ ਹੈ, ਇਹ ਗੁਰੂ ਕੀ ਸਿੱਖਿਆ ਉਹਦੇ ਕਿੱਥੇ ਪੱਲੇ ਪਵੇਗੀ? ਨਹੀਂ ਸਮਝ ਆਉਂਦੀ ਉਹਨੂੰ। ਹੁਣ ਜਿਹੜਾ ਇਹ ਜੀਵਨ ਮੁੱਲਾ ਸੀ, ਉਹਨੇ ਦੇਖ ਲਿਆ ਕਿ ਮੱਕਾ ਫਿਰ ਗਿਆ ਇਹਨਾਂ ਦੇ ਚਰਨਾਂ ਦੇ ਨਾਲ। ਜਿੱਧਰ ਕਰਦਾ ਮੱਕਾ ਉੱਧਰ ਹੋ ਜਾਂਦਾ, ਜਿੱਧਰ ਮਹਾਰਾਜ ਜੀ ਦੇ ਚਰਨ ਕਰ ਦਿੰਦਾ ਹੈ। ਪਰ ਹੰਕਾਰ ਦਾ ਜਿਹੜਾ ਕੰਡਾ ਗਲੇ ਵਿੱਚ ਫਸਿਆ ਸੀ, ਜਿਉਂ ਜਿਉਂ ਚੱਲੈ ਚੁਭੈ ਤੁਕ ਪਾਵੈ, ਜਮਕਾਲ ਸਹੈ ਸਿਰ ਡੰਡਾ ਹੈ। ਹੰਕਾਰ ਦਾ ਜਿਹੜਾ ਕੰਡਾ ਹੈ, ਜਿਉਂ ਜਿਉਂ ਬੰਦਾ ਚੱਲਦਾ ਤਿਉਂ ਤਿਉਂ ਸੰਗਤ ਜੀ ਤੁਭਦਾ ਹੈ। ਜਮਾਂ ਦੀ ਮਾਰ ਅਖੀਰ ਨੂੰ ਸਹਿਣ ਕਰਨੀ ਪੈਂਦੀ, ਪਰ ਜੀਵ ਸਮਝਦਾ ਨਹੀਂ। ਹੁਣ ਜੀਵਨ ਮੁੱਲੇ ਨੇ ਇਹ ਗੱਲ ਨੂੰ ਖਿਆਲਿਆ ਹੀ ਨਹੀਂ। ਕੌਤਕ ਦੇਖਿਆ ਹੈ ਪਰ ਖਿਆਲਿਆ ਨਹੀਂ, ਆਮ ਬੰਦਾ ਸਮਝਿਆ। ਜਿੱਦਾਂ ਹੁਣ ਆਪਾਂ ਗੁਰੂ ਨੂੰ ਆਮ ਬੰਦਾ ਸਮਝਦੇ ਹਾਂ ਕਿ ਗੁਰੂ ਤੇ ਆਮ ਬੰਦਿਆਂ ਦੀ ਤਰ੍ਹਾਂ ਉਹਨੇ ਚੰਗੇ ਕਰਮ ਕੀਤੇ, ਉਹਦੀ ਵਡਿਆਈ ਹੋਈ ਸੰਸਾਰ ਅੰਦਰ, ਤੁਸੀਂ ਵੀ ਚੰਗੇ ਕਰਮ ਕਰੋ। ਗੁਰੂ ਆਮ ਬੰਦਿਆਂ ਦੀ ਤਰ੍ਹਾਂ ਨਹੀਂ ਸੀ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਫਿਰ ਉੱਥੇ ਇਹ ਕੁਝ ਕੌਤਕ ਵਰਤਾਉਂਦੇ ਨੇ, ਸਵੇਰ ਹੁੰਦੀ ਹੈ, ਹੋਰ ਵੀ ਜਿਹੜੇ ਕੁਝ ਕਾਜੀ ਮਲਾਣੇ ਆਉਂਦੇ, ਦੇਖਦੇ ਮੱਕਾ ਫਿਰਿਆ ਹੋਇਆ। ਜਿਹੜਾ ਮੱਕਾ ਪਹਿਲੇ ਥਾਂ 'ਤੇ ਇੱਧਰ ਹੁੰਦਾ ਸੀ, ਹੁਣ ਇਹ ਇੱਧਰਲੇ ਪਾਸੇ ਚਲਿਆ ਗਿਆ ਹੈ। ਹੈਰਾਨ ਹੋ ਗਏ। ਦੌੜ ਕੇ ਜਿਹੜਾ ਜੀਵਨ ਮੁੱਲਾ ਸੀ ਉਹਨਾਂ ਦੇ ਕੋਲ ਚਲਿਆ ਗਿਆ ਕਿ ਕੁਝ ਉਹਨਾਂ ਨੂੰ ਪੰਪ ਮਾਰਦਾ ਅਤੇ ਇਹਨਾਂ ਨੂੰ ਇੱਥੋਂ ਭਜਾਉਣਾ ਹਾਂ। ਹੁਣ ਜਾ ਕੇ ਕੁਝ ਗੱਲਾਂ ਕਹੀਆਂ, ਉਹ ਵੀ ਕਹਿੰਦੇ ਮੱਕਾ ਕਿੱਦਾਂ ਫਿਰ ਗਿਆ?
ਕਹਿੰਦੇ ਆ ਫਕੀਰ ਜੇ ਬੈਠੇ ਇਹਨਾਂ ਕੋਈ ਮੰਤਰ ਪੜ੍ਹੇ ਨੇ ਅਤੇ ਇਹ ਸਾਡਾ ਕਾਬਾ ਹੀ ਇਹਨਾਂ ਨੇ ਫੇਰ ਦਿੱਤਾ ਹੈ। ਆਓ ਤੁਸੀਂ ਜਾ ਕੇ ਉਹਦੇ ਕੋਲੋਂ ਪੁੱਛ ਪੁਛਈਆ ਕਰੋ ਕਿ ਕਿੱਥੋਂ ਚੱਲ ਕੇ ਆਏ, ਮੈਨੂੰ ਤੇ ਕਾਫਰ ਭਾਸਦੇ ਨੇ। ਉਹ ਸੰਗਤ ਜੀ ਚੱਲ ਕੇ ਸਤਿਗੁਰਾਂ ਜੀ ਦੇ ਕੋਲ ਆ ਗਏ। ਆਣ ਕੇ ਕੁਝ ਗੱਲਾਂ ਬਾਤਾਂ ਪੁੱਛਣ ਲੱਗੇ, ਕੌਣ ਹੋ ਤੁਸੀਂ, ਕਿੱਥੋਂ ਆਏ ਹੋ। ਸਤਿਗੁਰਾਂ ਜੀ ਨੇ ਗੁਰਬਾਣੀ ਦੇ ਸ਼ਬਦ ਉਚਾਰਨ ਕਰਕੇ ਸਮਝਾਇਆ ਕਿ ਅਸਲ ਦੇ ਵਿੱਚ ਨਮਾਜ਼ ਕਿੱਦਾਂ ਪੜ੍ਹੀ ਦੀ, ਕਿਉਂਕਿ ਉੱਥੇ ਵੀ ਮਹਾਰਾਜ ਤਾਂ ਹੀ ਪਹੁੰਚੇ ਸਨ, ਉਹਨਾਂ ਨੇ ਨਮਾਜ਼ ਪੜ੍ਹਨ ਦਾ ਜਿਹੜਾ ਨਿਯਮ ਸੀ ਉਹੀ ਹੋਰ ਤਰੀਕੇ ਨਾਲ ਧਾਰਨ ਕਰ ਲਿਆ। ਜਿੱਦਾਂ ਅਸੀਂ ਵੀ ਸੇਵਾ ਦਾ, ਗੁਰੂ ਕੀ ਬਾਣੀ ਪੜ੍ਹਨ ਦਾ ਨਿਯਮ ਹੀ ਬਦਲ ਕੇ ਰੱਖ ਦਿੱਤਾ, ਜੋ ਕਲਗੀਧਰ ਮਹਾਰਾਜ ਜੀ ਨੇ ਸਾਨੂੰ ਦਿੱਤਾ, ਅਸੀਂ ਤੇ ਉਹਨੂੰ ਭੰਗ ਹੀ ਕਰ ਦਿੱਤਾ ਹੈ ਨਾ, ਨਹੀਂ ਸਮਝਦੇ ਇਹਨਾਂ ਗੱਲਾਂ ਨੂੰ। ਇਸੇ ਤਰ੍ਹਾਂ ਉਹਨਾਂ ਮੁਸਲਮਾਨਾਂ ਨੇ ਵੀ ਆਪਣੇ ਪੈਗੰਬਰਾਂ ਵੱਲੋਂ ਦਿੱਤਾ ਹੋਇਆ ਹੁਕਮ ਤਿਆਗ ਦਿੱਤਾ ਸੀ। ਅਤੇ ਗੁਰੂ ਨਾਨਕ ਦੇਵ ਮਹਾਰਾਜ ਇੱਥੇ ਸੰਗਤ ਜੀ ਅੱਲਾ ਦਾ ਸਰੂਪ ਹੀ ਨੇ। ਗੁਰੂ ਨਾਨਕ ਦੇਵ ਮਹਾਰਾਜ ਤੇ ਖੁਦ ਖੁਦਾ ਨੇ ਨਾ, ਅਤੇ ਫਿਰ ਸਾਰਿਆਂ ਵਾਸਤੇ ਉਹਨਾਂ ਨੂੰ ਕਿਸੇ ਤਰ੍ਹਾਂ ਕੋਈ ਮੁਸਲਮਾਨ ਕੋਈ ਹਿੰਦੂ ਨਹੀਂ ਪ੍ਰਤੀਤ ਹੋ ਰਿਹਾ। ਆਮ ਜਿਹੜੇ ਜੀਵ ਵੀ ਉਹਨਾਂ ਨੂੰ ਨਜ਼ਰੀ ਆ ਰਹੇ ਨੇ। ਪਰ ਜਿਹੜੇ ਜਿਹੜੇ ਇਲਾਕੇ ਵਿੱਚ ਜਿੱਦਾਂ ਜਿੱਦਾਂ ਦਾ ਕੋਈ ਨਿਯਮ ਕਿਸੇ ਨੇ ਧਾਰਿਆ, ਪਰਮੇਸ਼ਰ ਨੂੰ ਚੇਤੇ ਕਰਦੇ ਨੇ, ਉਹ ਚੰਗੇ ਤਰੀਕੇ ਨਾਲ ਕਿੱਦਾਂ ਫਿਰ ਚੇਤੇ ਕੀਤਾ ਜਾਵੇ ਉਹਦੇ ਬਾਰੇ ਸਮਝਾਉਂਦੇ। ਗੁਰਬਾਣੀ ਦਾ ਸ਼ਬਦ ਉਚਾਰਿਆ ਸੀ, ਸ਼ਲੋਕ ਮਹੱਲਾ ਪਹਿਲਾ, ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁੰਨਤ ਸੀਲ ਰੋਜਾ ਹੋ ਮੁਸਲਮਾਨ। ਇਹ ਸ਼ਬਦ ਉਚਾਰਨ ਕਰਕੇ ਸਮਝਾਇਆ ਕਿ ਕਿਹੜੀ ਮਸੀਤ, ਕਿਹੜਾ ਮੁਸੱਲਾ, ਕਿਹੜੀ ਸੁੰਨਤ ਤੁਸੀਂ ਧਾਰਨ ਕਰਨੀ ਸੀ। ਇੰਨੇ ਸਮੇਂ ਨੂੰ ਜਿਹੜਾ ਉਹਨਾਂ ਦੇ ਵਿੱਚ ਇੱਕ ਰੁਕਨਦੀਨ ਕਾਜੀ, ਉਹਨੇ ਫਿਰ ਮਹਾਰਾਜ ਜੀ ਦੇ ਸਾਹਮਣੇ ਹੋੜ ਕੇ ਕੁਝ ਹੋਰ ਵੀ ਗੱਲਾਂ ਪੁੱਛੀਆਂ ਅਤੇ ਆਖਣ ਲੱਗਾ ਕਿ ਤੁਸੀਂ ਇੱਥੇ ਆਏ ਅਤੇ ਇੱਥੇ ਕੁਝ ਵੱਡੀ ਕਰਾਮਾਤ ਦਿਖਾਈ ਹੈ, ਮੈਂ ਤੁਹਾਨੂੰ ਬੜਾ ਮਹਾਨ ਮੰਨਦਾ ਹਾਂ, ਪਰ ਮੈਨੂੰ ਹੋਰ ਵੀ ਕੁਝ ਜੋ ਗੱਲਾਂ ਬਾਤਾਂ ਦੱਸੋ। ਉਹ ਕਾਜੀ ਰੁਕਨਦੀਨ ਕੀ ਮਹਾਰਾਜ ਜੀ ਨੂੰ ਪੁੱਛੇਗਾ, ਕੀ ਮਹਾਰਾਜ ਉਹਦਾ ਉੱਤਰ ਦੇ ਰਹੇ ਨੇ। ਆਓ ਬਿਰਤੀਆਂ ਇਕਾਗਰ ਕਰਕੇ ਅੱਗੇ ਇਹ ਪਾਵਨ ਇਤਿਹਾਸ ਦੀ ਲੜੀ ਨੂੰ ਆਪਾਂ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ ਕਬੀਤ ਐਸੇ ਸੁਨ ਬੈਨ ਬੋਲੇ, ਗੁਰੂ ਗੁਣ ਐਨ ਤਬ, ਪੰਚ ਤਤ ਸਾਜੇ ਸਭ, ਦੇਹ ਇੱਕ ਧਾਰ ਹੀ। ਜਦੋਂ ਉਹ ਰੁਕਨਦੀਨ ਕਾਜੀ ਨੇ ਪੁੱਛਿਆ ਕਿ ਤੁਸੀਂ ਦੱਸੋ, ਹਿੰਦੂ ਵੱਡਾ ਕਿ ਤੁਰਕ ਹੈ, ਕਰੀਏ ਆਪ ਬਖਾਨ, ਕਿ ਹਿੰਦੂ ਵੱਡਾ ਤੁਹਾਡੀ ਨਿਗਾਹ ਦੇ ਅੰਦਰ ਜਾਂ ਤੁਰਕ ਵੱਡਾ ਹੈ, ਇਹ ਦੋਨਾਂ ਦੇ ਵਿੱਚੋਂ ਵੱਡਾ ਕੌਣ ਹੈ। ਅਤੇ ਗੁਰੂ ਨਾਨਕ ਦੇਵ ਮਹਾਰਾਜ ਫਿਰ ਉਹਦਾ ਉੱਤਰ ਦਿੰਦੇ ਨੇ, ਐਸੇ ਸੁਨ ਬੈਨ ਬੋਲੇ, ਗੁਰੂ ਗੁਣ ਐਨ ਤਬ, ਪੰਚ ਤਤ ਸਾਜੇ ਸਭ, ਦੇਹ ਇੱਕ ਸਾਰ ਹੀ। ਮਹਾਰਾਜ ਕਹਿੰਦੇ, ਦੇਖੋ ਰੁਕਨਦੀਨ ਕਾਜੀ, ਇਹ ਤੇ ਪਰਮੇਸ਼ਰ ਨੇ ਪੰਜ ਤੱਤ ਸਾਜ ਕੇ ਇੱਕੋ ਜਿਹੇ ਜੀਵ ਜਿਹੜੇ ਪੈਦਾ ਕੀਤੇ ਨੇ। ਨੈਣ ਕਾਨ ਨਾਸਕਾ ਬਦਨ, ਕੀਨੇ ਏਕ ਹੂੰ ਸੇ, ਕਿਰਿਆ ਸਮ ਭਈ ਹਾਥ ਪਾਵ ਕੇ ਮਝਾਰ ਹੀ। ਸਾਰੇ ਜੀਵਾਂ ਨੂੰ, ਮਨੁੱਖਾ ਦੇਹੀ ਨੂੰ ਇੱਕੋ ਜਿਹੇ ਨੱਕ, ਇੱਕੋ ਜਿਹੇ ਕੰਨ, ਇੱਕੋ ਜਿਹੀਆਂ ਅੱਖਾਂ ਜਿਹੜੀਆਂ ਦਿੱਤੀਆਂ ਹੋਈਆਂ, ਵੱਖਰਾ ਭਿੰਨ ਭੇਦ ਨਹੀਂ ਰੱਖਿਆ ਹੋਇਆ ਕੁਝ ਵੀ। ਇੱਕੋ ਜਿਹੇ ਹੱਥ ਪੈਰ ਦਿੱਤੇ ਨੇ ਜਿਨ੍ਹਾਂ ਦੇ ਰਾਹੀਂ ਆਪਾਂ ਕੰਮਕਾਰ ਕਰਦਾ ਕਰਦੇ ਹਾਂ। ਦੇਸਨ ਕੇ ਭੇਸ ਕੋ ਪ੍ਰਭਾਵ ਧਾਰ ਰਿਦੇ ਮਾਹੇ, ਪੱਖ ਬਾਦ ਗਾਡੇ ਹੋਇ ਕੇ ਝਗ ਰੰਗ ਵਾਰ ਹੀ। ਬਸ ਗੱਲ ਕੀ ਹੈ, ਇਹ ਵੱਖ-ਵੱਖ ਦੇਸ਼ਾਂ ਦਾ ਆਪੋ ਆਪਣਾ ਜਿਹੜਾ ਲਿਬਾਸ ਲੋਕਾਂ ਨੇ ਧਾਰਨ ਕੀਤਾ ਹੈ, ਉਹ ਲਿਬਾਸ ਵੱਲ ਦੇਖ ਦੇਖ ਕੇ ਜਿਹੜੇ ਕੁਝ ਮੂਰਖ ਲੋਕ ਨੇ ਉਹ ਝਗੜਾ ਪਾਈ ਬੈਠੇ ਨੇ। ਪਰਮੇਸ਼ਰ ਨੇ ਸਮੁੱਚੀ ਲੁਕਾਈ ਇੱਕੋ ਜਿਹੀ ਸਿਰਜੀ ਹੋਈ ਹੈ। ਇੱਕੋ ਜਿਹੇ ਮਨੁੱਖ ਜਿਹੜੇ ਪੈਦਾ ਕੀਤੇ, ਇੱਕੋ ਜਿਹੇ ਕੰਨ, ਇੱਕੋ ਜਿਹੀਆਂ ਅੱਖਾਂ, ਕੋਈ ਨੱਕ ਮੂੰਹ ਬੰਦੇ ਇੱਕੋ ਜਿਹੇ ਬਣਾਏ ਨੇ। ਪਰ ਹੈ ਕੀ ਹੈ, ਵੱਖ-ਵੱਖ ਲਿਬਾਸ ਵੱਖ-ਵੱਖ ਦੇਸ਼ਾਂ ਦਾ ਹੋਇਆ, ਅਤੇ ਜਿਹਦੇ ਰਾਹੀਂ ਲੋਕਾਂ ਨੇ ਇਹ ਜਿਹੜਾ ਵੱਖਵਾਦ ਇਹ ਪਾਲਿਆ। ਜਿਹੜੇ ਮੂਰਖ ਗਵਾਰ ਲੋਕ ਸਨ, ਨਾਮ ਲਿਵ ਲਾਈ ਜਾਹੇ, ਅਦਕ ਵਡਾਈ ਤਾਹੇ, ਜਾਨ ਕੈ ਸਰੂਪ ਨਿਜ ਉਦਰੈ ਸੰਸਾਰ ਹੀ। ਅਸਲ ਦੇ ਵਿੱਚ ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਹਿੰਦੂ ਹੈ, ਜੇ ਪਰਮੇਸ਼ਰ ਦੀ, ਖੁਦਾ ਦੀ ਕੋਈ ਬੰਦਗੀ ਕਰਦਾ ਹੈ, ਉਹਦੇ ਨਾਮ ਦੇ ਵਿੱਚ ਲਿਵ ਨੂੰ ਜੋੜਦਾ ਹੈ, ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦੀ ਵਡਿਆਈ ਦੇ ਕਾਰਨ ਹੀ
ਸੰਸਾਰ ਅੰਦਰ ਜੀਵਨ ਜਿਹੜਾ ਸਫਲ ਬਣਨਾ ਹੈ। ਇਹ ਪਹਿਰਾਵਾ ਵੱਖ-ਵੱਖ ਹੋ ਗਿਆ, ਅੰਦਰੋਂ ਜਿਹੜੇ ਬਾਕੀ ਬਾਹਰੋਂ ਸਰੀਰ ਸਾਨੂੰ ਨਜ਼ਰੀ ਆਉਂਦੇ ਇੱਕੋ ਜਿਹੇ ਨੇ। ਉੱਥੇ ਇਹ ਵੀ ਪਿੱਛੇ ਗੁਰਬਾਣੀ ਅੰਦਰ ਦੱਸਿਆ ਸੀ ਕਿ ਸੁੰਨਤ ਕਿਹੜੀ ਕਰਨੀ ਹੈ। ਸਰਮ ਸੁੰਨਤ ਸੀਲ ਰੋਜਾ ਹੋ ਮੁਸਲਮਾਨ। ਜਿਹੜੀ ਤੁਸੀਂ ਸੁੰਨਤ ਧਾਰਨ ਕਰਦੇ ਹੋ, ਅਸਲ ਦੇ ਵਿੱਚ ਸੁੰਨਤ ਧਾਰਨ ਕਰਨੀ ਸੀ ਸ਼ਰਮ ਦੀ। ਬਾਹਰੀ ਵਿਸ਼ਿਆਂ ਤੋਂ ਸ਼ਰਮ ਧਾਰਨ ਕਰਕੇ ਰੱਖਣੀ, ਇਹੀ ਅਸਲ ਦੇ ਵਿੱਚ ਸੁੰਨਤ ਹੈ। ਅਤੇ ਜਿਹੜਾ ਕੁਝ ਠੰਡਾ ਸੁਭਾਅ ਹੈ, ਇਹੀ ਰੋਜਾ ਸਮਝ ਲਓ। ਇਹ ਮਹਾਰਾਜ ਜੀ ਨੇ ਉਸ ਸਮੇਂ ਗੁਰਬਾਣੀ ਅੰਦਰ ਬਚਨ ਕਹਿ ਕੇ ਸਮਝਾਇਆ ਸੀ। ਅਤੇ ਮਹਾਰਾਜ ਕਹਿਣ ਲੱਗੇ, ਸੰਸਾਰ ਤੋਂ ਪਾਰ ਤਾਂ ਹੀ ਹੋਇਆ ਜਾਣਾ ਹੈ ਜੇ ਖੁਦਾ ਦੀ ਮੁਸਲਮਾਨਾਂ ਨੇ ਜਾਂ ਹਿੰਦੂਆਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ। ਪਰਮੇਸ਼ਰ ਦੇ ਦਰ ਘਰ ਦਾ ਇੱਕੋ ਹੀ ਕਹਿ ਲਓ, ਪਰਮੇਸ਼ਰ ਦਾ ਨਾਮ ਜਪਣਾ ਇਹੀ ਰਸਤਾ ਹੈ। ਅਤੇ ਜੇ ਦੋਨਾਂ ਤੋਂ ਦੋਵੇਂ ਵਾਂਝੇ ਰਹਿ ਗਏ ਪਰਮੇਸ਼ਰ ਦੇ ਨਾਮ ਤੋਂ, ਤੇ ਕਿਸੇ ਤਰ੍ਹਾਂ ਲੇਖੇ ਵਿੱਚ ਨਹੀਂ ਪੈਣਾ। ਦੋਹਰਾ ਭਲੇ ਅਮਲ ਕੀਏ ਬਿਨਾ ਜਾਹੇ ਨਰਕ ਕੋ ਦੋਏ। ਬਾਕੀ ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਸਿੱਖਿਆ ਦੇਣ ਵਾਸਤੇ ਇੱਥੇ ਪਹੁੰਚੇ ਹਾਂ। ਜੇ ਤੁਸੀਂ ਇਹਨਾਂ ਗੱਲਾਂ 'ਤੇ ਅਮਲ ਨਾ ਕੀਤਾ ਤੇ ਦੋਨੇ ਨਰਕ ਦੇ ਵਿੱਚ ਪਾਏ ਜਾਓਗੇ। ਹਿੰਦੂ ਵੀ ਪੈਣਗੇ ਅਤੇ ਮੁਸਲਮਾਨ ਵੀ ਪਾਏ ਜਾਣਗੇ। ਇੱਥੇ ਸੰਗਤ ਜੀ ਫਿਰ ਆਪਾਂ ਵੀ ਸਮਝਣਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬੋਲਾਂ ਨੂੰ ਜੇ ਸਿੱਖਾਂ ਨੇ ਨਾ ਮੰਨਿਆ ਤੇ ਨਰਕ ਇਹਨਾਂ ਵਾਸਤੇ ਵੀ ਉਸੇ ਤਰ੍ਹਾਂ ਜਿੱਦਾਂ ਉਹਨਾਂ ਬਾਰੇ ਮਹਾਰਾਜ ਜੀ ਨੇ ਕਿਹਾ। ਗੁਰੂ ਕੇ ਬਚਨ ਜਿਨ੍ਹਾਂ ਨੇ ਨਾ ਮੰਨੇ, ਮਤਾ ਕੋਈ ਜਾਣੇ ਕਿ ਹਿੰਦੂ ਤੇ ਮੁਸਲਮਾਨਾਂ ਨੂੰ ਮਹਾਰਾਜ ਕਹਿ ਰਹੇ ਨੇ। ਇਹ ਸਿੱਖ ਵੀ ਵਿੱਚ ਆ ਰਹੇ। ਸਿੱਖਾਂ ਵਾਸਤੇ ਵੀ ਉਹੀ ਮਹਾਰਾਜ ਜੀ ਨੇ ਸਿਧਾਂਤ ਲਾਗੂ ਕੀਤਾ ਹੈ। ਕਿਉਂਕਿ ਮਹਾਰਾਜ ਆਖਦੇ ਨੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣ, ਜਿੱਥੇ ਇੱਕ ਦੀ ਗੱਲ ਕੀਤੀ ਜਾਵੇ ਉਹ ਹੈ ਗੁਰੂ ਕੀ ਸੰਗਤ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਇੱਕ ਸਿਧਾਂਤ ਬਾਰੇ ਸੰਗਤ ਦੀ ਗੱਲ ਹੁੰਦੀ ਰਹੀ ਹੈ। ਸਮੁੱਚੀ ਲੋਕਾਈ ਨੂੰ ਇੱਕ ਮਹਾਰਾਜ ਜੀ ਨੇ ਰਸਤਾ ਦੱਸਿਆ ਅਤੇ ਕਹਿੰਦੇ ਕਿ ਜੇ ਤੁਸੀਂ ਇਹਨਾਂ ਗੱਲਾਂ 'ਤੇ ਅਮਲ ਨਾ ਕੀਤਾ ਤੇ ਜਾ ਕੇ ਨਰਕ ਦੇ ਵਿੱਚ ਡਿੱਗੋਗੇ। ਦੇਹ ਰਹਿ ਈਹਾਂ ਪਰੀ ਜਬ ਲੇਖਾ ਤਹਿ ਹੋਏ। ਜਿਹੜੇ ਸਰੀਰ 'ਤੇ ਵੱਖ-ਵੱਖ ਲਿਬਾਸ ਧਾਰਨ ਕਰਕੇ ਤੁਸੀਂ ਝਗੜਾ ਪਾਇਆ ਹੈ, ਇਹ ਸਰੀਰ ਇੱਥੇ ਹੀ ਰਹਿ ਜਾਣੇ ਨੇ। ਉੱਥੇ ਜਾ ਕੇ ਸਾਡੀ ਜਿਹੜੀ ਜੀਵ ਆਤਮਾ ਹੈ ਉਹਦੇ ਨਾਲ ਫਿਰ ਲੇਖਾ ਜੋਖਾ ਹੋਵੇਗਾ, ਸੂਖਸ਼ਮ ਸਰੀਰ ਦੇ ਨਾਲ। ਧਨ ਕੁਟੰਬ ਅਰ ਕਰਮ ਜੇ ਤੀਨ ਨਰਨ ਕੇ ਮੀਤ। ਉਸ ਸਮੇਂ ਫਿਰ ਮਹਾਰਾਜ ਜੀ ਨੇ ਉਹ ਰੁਕਨਦੀਨ ਕਾਜੀ ਨੂੰ ਇਹ ਵੀ ਕਿਹਾ ਕਿ ਸੰਸਾਰ ਅੰਦਰ 3 ਮਿੱਤਰ ਨੇ ਇਹ ਜੀਵ ਦੇ। ਉਹ ਸਾਰੇ ਸੰਗਤ ਜੀ ਧਿਆਨ ਦੇ ਕੇ ਉਹ ਸੁਣਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਇਹ ਜੀਵਨ ਮੁੱਲਾ ਸੀ, ਨਾਲ ਕੁਝ ਰੁਕਨਦੀਨ ਕਾਜੀ, ਜੋ ਕੁਝ ਹੋਰ ਕਾਜੀ ਸਨ ਸਿਆਣੇ। ਜਦੋਂ ਮਹਾਰਾਜ ਜੀ ਦੇ ਕੁਝ ਐਸੇ ਬੋਲ ਸੁਣੇ ਤੇ ਹੋਰ ਉਹਨਾਂ ਨੇ ਕੰਨ ਆਪਣੇ ਖੋਲ੍ਹ ਲਏ। ਮਹਾਰਾਜ ਕਹਿੰਦੇ ਇੱਕ ਗੱਲ ਹੋਰ ਪੱਲੇ ਬੰਨੋ, ਹੁਣ ਸਾਨੂੰ ਵੀ ਇਹ ਦੱਸ ਰਹੇ ਨੇ। ਸੰਸਾਰ ਦੇ ਅੰਦਰ ਸੰਗਤ ਜੀ 3 ਹੀ ਮਿੱਤਰ ਨੇ ਜੀਵ ਦੇ। ਹੁਣ ਆਪਾਂ ਵੀ ਦੇਖਾਂਗੇ ਕਿ ਸਾਡੇ ਤੇ ਬਹੁਤ ਮਿੱਤਰ ਨੇ। ਗੁਰੂ ਨਾਨਕ ਦੇਵ ਮਹਾਰਾਜ ਕਿਹੜੇ 3 ਮਿੱਤਰਾਂ ਦੀ ਗੱਲ ਕਰਦੇ, ਇੱਥੇ ਹੁਣ ਉਹ ਰੁਕਨਦੀਨ ਕਾਜੀ ਨੂੰ ਸਮਝਾ ਰਹੇ। ਮਹਾਰਾਜ ਕਹਿੰਦੇ ਧਨ ਕੁਟੰਬ ਅਰ ਕਰਮ ਜੇ ਤੀਨ ਨਰਨ ਕੇ ਮੀਤ। 3 ਮਿੱਤਰ ਕਿਹੜੇ ਕਿਹੜੇ? ਇੱਕ ਪਹਿਲਾ ਹੋ ਗਿਆ ਧਨ, ਕੁਟੰਬ ਕਹਿੰਦੇ ਪਰਿਵਾਰ ਨੂੰ, ਤੀਸਰੇ ਨੇ ਕਰਮ। ਇਹ 3 ਮਿੱਤਰ ਸੰਸਾਰ ਦੇ ਅੰਦਰ ਕਹਿ ਲਓ ਇਹ ਜੀਵ ਦੇ ਮੰਨੇ ਹੋਏ। ਜਬ ਲਓ ਘਟ ਮੈਂ ਪ੍ਰਾਣ ਹੈ ਤਬ ਲਓ ਧਨ ਕੀ ਪ੍ਰੀਤ। ਉਹ ਕਾਜੀ ਜਿਹੜੇ ਪੁੱਛਣ ਲੱਗੇ ਦੱਸੋ ਫਿਰ ਵਿਸਥਾਰ ਦੇ ਨਾਲ ਇਹ ਕਿਸ ਤਰੀਕੇ ਦੇ ਨਾਲ ਤੁਸੀਂ ਮਿੱਤਰ ਕਤਨ ਕੀਤੇ ਨੇ। ਮਹਾਰਾਜ ਕਹਿੰਦੇ ਧਨ ਦੇ ਨਾਲ ਤੇ ਮਿੱਤਰਤਾ ਓਨਾ ਚਿਰ ਤੱਕ ਹੈ ਜਿੰਨਾ ਚਿਰ ਸਾਡੇ ਸਰੀਰ ਅੰਦਰ ਪ੍ਰਾਣ ਹੁੰਦੇ ਨੇ, ਉਹਨਾਂ ਚਿਰ ਹੀ ਧਨ ਸਾਡਾ ਮਿੱਤਰ ਹੈ। ਅੱਛਾ ਜੀ, ਦੱਸੋ ਅੱਗੇ ਫਿਰ। ਜਾ ਰਿਓ ਗਾਡਿਓ ਧਨ ਨਹੀਂ ਤਬ ਲਓ ਕੁਟੰਬ ਸਨੇਹ। ਜਿਹੜੇ ਕੁਝ ਹਿੰਦੂ ਨੇ ਉਹ ਸਰੀਰ ਨੂੰ ਸਾੜ ਦਿੰਦੇ, ਤੁਸੀਂ ਗੱਟ ਦਿੰਦੇ ਹੋ। ਜਿੰਨਾ ਚਿਰ ਗੱਡਿਆ ਨਹੀਂ ਜਾਂਦਾ, ਸਾੜਿਆ ਨਹੀਂ ਜਾਂਦਾ ਸਰੀਰ, ਉਹਨਾਂ ਚਿਰ ਇਹ ਪਰਿਵਾਰ ਜਿਹੜਾ ਬਹੁਤਾ ਸਨੇਹ ਕਰਦਾ ਹੈ। ਬਾਅਦ ਦੇ ਵਿੱਚ ਦੇਖਦੇ ਆ ਨਾ, ਉਹੀ ਹੱਸੀਆਂ ਖੇਡੀਆਂ ਘਰ ਦੇ ਵਿੱਚ ਚੱਲਦੀਆਂ ਨੇ ਜਿਹੜੀਆਂ ਪਹਿਲਾਂ ਚੱਲਦੀਆਂ ਸੀ। 1-2 ਦਿਨ ਹੀ ਅਫਸੋਸ ਹੁੰਦਾ ਹੈ ਨਾ। ਇਹ ਕੁਝ ਹਾਲਾਤ ਨੇ
ਇਹ ਮਿੱਤਰ ਜਿਹੜੇ ਨੇ ਦੋ ਤਰ੍ਹਾਂ ਦੇ ਮਹਾਰਾਜ ਜੀ ਨੇ ਕਥਨ ਕਰਕੇ ਦੱਸੇ। ਪਹਿਲਾ ਧਨ ਹੈ, ਜਿੰਨਾ ਚਿਰ ਸਰੀਰ ਅੰਦਰ ਪ੍ਰਾਣ ਨੇ ਉਹਨਾਂ ਚਿਰ ਇਹਦੀ ਮਿੱਤਰਤਾ ਹੈ। ਜਿਹੜਾ ਪਰਿਵਾਰ ਹੈ, ਕੁਟੁੰਬ, ਇਹਦੀ ਮਿੱਤਰਤਾ ਜਿੰਨਾ ਚਿਰ ਤੱਕ ਦਫਨਾਇਆ ਨਹੀਂ ਜਾਂਦਾ, ਸਾੜਿਆ ਨਹੀਂ ਜਾਂਦਾ ਸਰੀਰ, ਉਹਨਾਂ ਚਿਰ ਤੱਕ ਮਿੱਤਰਤਾ ਹੈ। ਅੱਗੇ ਦੱਸਦੇ, ਬਾਹਰ ਨਾ ਕੋ ਸੰਗ ਹੋਵੇ, ਸਮਝ ਭਲੇ ਉਰ ਲੇਹ। ਮਹਾਰਾਜ ਕਹਿੰਦੇ ਬਾਅਦ ਦੇ ਵਿੱਚ ਜਦੋਂ ਸਰੀਰ ਸਾੜਿਆ ਗਿਆ, ਦਫਨਾਇਆ ਗਿਆ, ਕੋਈ ਕਿਸੇ ਦਾ ਕੋਈ ਮਿੱਤਰ ਨਹੀਂ। ਇਹ ਮਨ ਦੇ ਵਿੱਚ ਗੱਲਾਂ ਨੂੰ ਸਮਝ ਲਓ, ਹਿਰਦੇ ਅੰਦਰ ਧਾਰਨ ਕਰੋ। ਤੀਜੋ ਮਿੱਤਰ ਕਰਮ ਜੇ, ਸੰਗੀ ਸਦ ਹੀ ਜਾਨ। ਤੀਸਰਾ ਮਿੱਤਰ ਹੈ ਸਾਡੇ ਕਰਮ, ਜਿਹੜੇ ਅੱਗੇ ਵੀ ਸਾਡੇ ਨਾਲ ਜਾਣਗੇ। ਪਰਿਵਾਰ ਅਤੇ ਧਨ ਇਹ ਇੱਥੇ ਰਹਿ ਗਿਆ ਸੰਸਾਰ ਅੰਦਰ, ਇਹ ਥੋੜ੍ਹਾ ਸਮਾਂ ਮਿੱਤਰਤਾ ਨਿਭਾਉਂਦੇ। ਜਿੰਨਾ ਚਿਰ ਪ੍ਰਾਣ ਉਹਨਾਂ ਚਿਰ ਧਨ ਮਿੱਤਰ ਹੈ, ਜਿੰਨਾ ਚਿਰ ਸਰੀਰ ਦਫਨਾਇਆ ਨਹੀਂ, ਸਾੜਿਆ ਨਹੀਂ, ਉਹਨਾਂ ਚਿਰ ਇਹ ਪਰਿਵਾਰ ਮਿੱਤਰਤਾ ਨਿਭਾਉਂਦਾ ਹੈ। ਅਤੇ ਜਿਹੜੇ ਸਾਡੇ ਕਰਮ ਨੇ ਇਹ ਅੱਗੇ ਵੀ ਜਾਂਦੇ ਨੇ, ਇਹ ਕਰਮ ਹੀ ਸੱਚੇ ਮਿੱਤਰ ਕਹਿ ਲਓ ਸਾਡੇ। ਅੱਗੇ ਦੱਸਦੇ, ਜਹਾਂ ਜਾਏ ਫਲ ਦੇਤ ਤੈ ਹੈ, ਜੋ ਨਾ ਹੋਏ ਕਬ ਹਾਨ। ਇਹ ਜਿਹੜੇ ਸਾਡੇ ਕਰਮ ਮਿੱਤਰ ਨੇ ਸਾਡੇ ਨਾਲ ਅੱਗੇ ਵੀ ਜਾਂਦੇ। ਕਿਰੇਮਾਨ ਕਰਮ ਸਨ ਪਰਾਲਬਧ ਬਣ ਗਈ, ਸੰਚਿਤ ਬਣ ਗਏ, ਸੰਚਿਤ ਤੋਂ ਬਾਅਦ ਪਰਾਲਬਧ ਬਣ ਗਈ। ਇਹ ਲੜੀ ਕਰਮਾਂ ਦੀ ਇਸੇ ਤਰ੍ਹਾਂ ਜੁੜੀ ਰਹਿੰਦੀ, ਸਾਡਾ ਖਹਿੜਾ ਨਹੀਂ ਛੱਡਦੇ ਕਰਮ। ਤਾਂ ਹੀ ਵਿਦਵਾਨ ਆਖਦੇ ਨੇ, ਭੋਗਿਆ ਬਿਨ ਭਾਗਿਆ ਨਹੀਂ, ਕਰਮ ਗਤੀ ਬਲਵਾਨ। ਜਿੰਨਾ ਚਿਰ ਇਹ ਸਾਡੇ ਉੱਪਰ ਹੰਡ ਨਹੀਂ ਜਾਂਦੇ ਸਾਡੇ ਕਰਮ, ਉਹਨਾਂ ਚਿਰ ਸਾਡਾ ਖਹਿੜਾ ਨਹੀਂ ਛੱਡਦੇ। ਇੱਥੇ ਮਹਾਰਾਜ ਆਖਦੇ ਨੇ, ਜਹਾਂ ਜਾਏ ਫਲ ਦੇਤ ਤੈ ਹੈ, ਯੋ ਨਾ ਹੋਏ ਕਬ ਹਾਨ। ਜਿਹੜਾ ਕਰਮ ਅਸੀਂ ਕੀਤਾ ਉਹਦਾ ਫਲ ਮਿਲਣ ਤੋਂ ਬਿਨਾਂ ਇਹਨਾਂ ਨੇ ਸਾਨੂੰ ਛੱਡਣਾ ਨਹੀਂ। ਜਿੱਥੇ ਵੀ ਜਾਣਗੇ ਸਾਡੇ ਨਾਲ ਹੀ ਜਾਣਗੇ, ਸਾਨੂੰ ਫਲ ਦੇਣਗੇ ਕੀਤੇ ਹੋਏ ਕਰਮ ਦਾ। ਤਾਂ ਤੇ ਸੰਗ ਸਦੀ ਵਜੇ, ਕਰਹੁ ਸੋ ਕਰਮ ਸਪ੍ਰੀਤ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਵੀ ਹੁਣ ਚੰਗੇ ਕਰਮ ਕਰੋ। ਇਹ ਵੈਰ ਵਿਰੋਧ ਮਨ ਦੇ ਵਿੱਚੋਂ ਕੱਢੋ। ਪਹਿਲਾਂ ਆਹ ਹਿੰਦੂ ਹੈ, ਆਹ ਮੁਸਲਮਾਨ ਹੈ, ਇਹ ਜਿਹੜਾ ਵੈਰ ਵਿਰੋਧ ਹੈ ਨਾ ਬਿਨਾਂ ਵਜ੍ਹਾ ਧਾਰਨ ਕੀਤਾ ਹੈ, ਤੇ ਇਹ ਇਲਾਕਿਆਂ ਦੇਸ਼ਾਂ ਦਾ ਕੁਝ ਲਿਬਾਸ ਹੀ ਵੱਖੋ ਵੱਖਰਾ। ਖੁਦਾ ਤੇ ਪਰਮੇਸ਼ਰ ਇੱਕ ਹੀ ਹੈ, ਉਹਨੇ ਇੱਕੋ ਜਿਹੇ ਸਰੀਰ ਬਣਾਏ ਹੋਏ ਨੇ। ਤੁਸੀਂ ਇਹ ਪੱਖਵਾਦ ਜਿਹੜਾ ਧਾਰਨ ਕਰ ਲਿਆ, ਇਹ ਪੱਖਵਾਦ ਦੇ ਵਿੱਚੋਂ ਨਿਕਲੋਗੇ, ਚੰਗੇ ਕਰਮ ਤਾਂ ਕਰੋਗੇ। ਅਤੇ ਹੁਣ ਸਿੱਖਾਂ ਦੇ ਅੰਦਰ ਸੰਗਤ ਦੀ ਬਹੁਤਾਤ ਅੰਦਰ ਇਹ ਕੁਝ ਵੜਿਆ ਹੈ। ਇਹ ਜੋ ਕੁਝ ਬ੍ਰਾਹਮਣਾਂ ਨੇ ਜਾਤਾਂ ਪਾਤਾਂ ਬਣਾਈਆਂ ਸੀ, ਅਸੀਂ ਉਹਦੇ ਵਿੱਚ ਹੀ ਪਰਚ ਗਏ। ਆਹ ਫਲਾਣਾ ਤੇ ਆਹ ਫਲਾਣਾ ਹੈ। ਇਹ ਗੁਰੂ ਨਾਨਕ ਦੇ ਦਰ ਅੰਦਰ ਸੰਗਤ ਜੀ ਸਾਰਿਆਂ ਨੂੰ ਇਹ ਸਮਾਨਤਾ ਦਿੱਤੀ ਹੋਈ, ਕਿਸੇ ਤਰ੍ਹਾਂ ਵੀ ਕਿਸੇ ਨਾਲ ਹੀਨ ਭਾਵ ਨਾਲ ਨਹੀਂ ਦੇਖਿਆ ਗਿਆ। ਅਤੇ ਜਦੋਂ ਫਿਰ ਗੁਰੂ ਦੇ ਬਚਨ ਸਿੱਖ ਬਣਦਾ, ਉਹਦੇ ਮਨ ਦੇ ਅੰਦਰੋਂ ਵੀ ਹੀਨ ਭਾਵਨਾ ਨਿਕਲ ਜਾਂਦੀ ਹੈ ਜਾਤਾਂ ਪਾਤਾਂ ਦੀ। ਸਾਡੇ ਅੰਦਰੋਂ ਤਾਂ ਨਹੀਂ ਨਿਕਲ ਰਹੀ ਕਿਉਂਕਿ ਅਸੀਂ ਗੁਰੂ ਨੂੰ ਨਹੀਂ ਮੰਨਦੇ। ਬਾਹਰੀ ਕੁਝ ਦਿਖਾਵੇ ਮਾਤਰ ਤੇ ਭਾਵੇਂ ਹਰ ਰੋਜ਼ ਮੱਥਾ ਟੇਕਦੇ ਹਾਂ, ਪਰ ਅੰਦਰੋਂ ਸਾਡੇ ਮਨ ਅੰਦਰ ਕਿਸੇ ਤਰ੍ਹਾਂ ਕੋਈ ਸੱਚੀ ਜਿਹੜੀ ਭਾਵਨਾ ਉਹ ਨਹੀਂ। ਇੱਥੇ ਮਹਾਰਾਜ ਆਖਦੇ ਫਿਰ ਚੰਗੇ ਕਰਮ ਭਾਈ ਕਰੋ। ਚੰਗੇ ਕਰਮ ਤਾਂ ਹੋਣਗੇ ਜਦੋਂ ਇਹ ਜਾਤਾਂ ਪਾਤਾਂ ਤੋਂ, ਇਹ ਵਹਿਮ ਭਰਮ ਤੋਂ ਆਪਾਂ ਉੱਪਰ ਉੱਠਾਂਗੇ। ਅਤੇ ਮਹਾਰਾਜ ਆਖਦੇ, ਤਾਂ ਤੇ ਸੰਗ ਸਦੀ ਵਜੇ, ਕਰਹੁ ਸੋ ਕਰਮ ਸਪ੍ਰੀਤ। ਜਿਹੜੇ ਕਰਮ ਸਾਡੇ ਸਦਾ ਹੀ ਸਾਥ ਦੇਣ ਵਾਲੇ ਨੇ, ਉਹ ਚੰਗੀ ਪ੍ਰੀਤੀ ਨਾਲ ਸ੍ਰੇਸ਼ਟ ਕਰਮ ਕਰੋ। ਅਤੇ ਸ੍ਰੇਸ਼ਟ ਕਰਮ ਕਿਹੜੇ ਨੇ? ਜਿਹੜੇ ਆਪਣੇ ਗੁਰੂ ਦੇ ਆਸ਼ੇ ਅਨੁਸਾਰ ਕੀਤੇ ਜਾਂਦੇ। ਹਰੇਕ ਬੰਦਾ ਕਹਿੰਦਾ ਕਿ ਮੈਂ ਚੰਗੇ ਕਰਮ ਕਰਦਾ ਹਾਂ, ਭਾਵੇਂ ਉਹ ਚੋਰੀ ਕਰਦਾ ਹੋਵੇ, ਉਹਨੇ ਆਖਣਾ ਕਿ ਮੇਰਾ ਕਰਮ ਇਹ ਚੰਗਾ ਹੀ ਹੈ। ਜੂਆ ਖੇਡਦਾ, ਉਹਨੂੰ ਕਹੋ ਨਸ਼ਾ ਪੀਂਦਾ ਹੈ, ਖਾਂਦਾ ਹੈ, ਉਹਨੂੰ ਕਹੋ, ਉਹਨੇ ਕਹਿਣਾ ਤੁਹਾਨੂੰ ਕੀ ਪਤਾ ਇਹਦੇ ਬਾਰੇ, ਇਹ ਚੰਗਾ ਹੀ ਹੈ ਸਾਰਾ ਕੁਝ। ਭਾਵ ਕਿ ਜਿਹੜਾ ਜੀਵ ਆਪਣੀ ਮੱਤ ਅਨੁਸਾਰ ਕਰਦਾ ਉਹ ਚੰਗਾ ਕਰਮ ਨਹੀਂ। ਗੁਰੂ ਦੀ ਦੱਸੀ ਸਿੱਖਿਆ ਅਨੁਸਾਰ ਜੇ ਕੋਈ ਕੰਮ ਕਰੇਗਾ ਉਹੀ ਸ੍ਰੇਸ਼ਟ ਕਰਮ ਹੈ। ਅਤੇ ਗੁਰੂ ਦੀ ਸਿੱਖਿਆ ਕੀ ਹੈ? ਸੱਚ 'ਤੇ ਪਹਿਰਾ ਦੇਣਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਇਹ ਫਿਰ ਗਰੀਬਾਂ 'ਤੇ ਦਇਆ ਕਰਨੀ, ਖਿਮਾ ਵਾਲਾ ਗੁਣ ਧਾਰਨ ਕਰਨਾ, ਇਹ ਸਤ ਪ੍ਰਤਾਗੀ ਰਹਿਣਾ, ਪਰਉਪਕਾਰੀ ਬਣਨਾ, ਇਹ ਗੁਰੂ ਦੀ ਸਿੱਖਿਆ ਹੈ। ਜਦੋਂ ਇਹਦੇ ਅਨੁਸਾਰ ਕਰਮ ਕਰਾਂਗੇ ਫਿਰ ਹੀ ਸਾਡੇ ਚੰਗੇ ਕਰਮ ਬਣਨਗੇ। ਬਾਦ ਪੱਖ ਤਜ ਕੈ ਸਰਬ, ਲਖਹੁ ਏਕ ਹਰ ਮੀਤ। ਫਿਰ ਮਹਾਰਾਜ ਕਹਿੰਦੇ ਪੱਖਵਾਦ ਨੂੰ ਛੱਡ ਕੇ ਇੱਕੋ ਪਰਮੇਸ਼ਰ ਨੂੰ, ਜੋ ਸਦਾ ਮਿੱਤਰਤਾ ਨਿਭਾਉਣ ਵਾਲਾ, ਉਹਨੂੰ ਜਾਣੋ। ਕਵਿਤ
ਭ੍ਰਮ ਜਾ ਕੇ ਤਨ ਨਹੀਂ ਭਇਓ ਨਿਰਮਲ ਮਨ। ਦਾਵੇ ਬਾਂਧੇ ਪਖ ਹੋਂ ਕੇ ਰਹਿਤ ਸੰਸਾਰ ਹੀ। ਜਿਨ੍ਹਾਂ ਦੇ ਮਨ ਅੰਦਰ ਭ੍ਰਮ ਜਾ ਕੇ ਤਨ ਭਰਮ ਨਹੀਂ ਰਹਿੰਦਾ, ਜਿਨ੍ਹਾਂ ਨੇ ਇੱਕ ਨੂੰ ਜਾਣ ਲਿਆ ਹੈ ਉਹ ਭਰਮ ਤੋਂ ਰਹਿਤ ਹੋ ਜਾਂਦੇ। ਫਿਰ ਨਿਰਮਲ ਮਨ ਦਾਵੇ, ਮਨ ਨਿਰਮਲ ਹੋ ਗਿਆ, ਭਇਓ ਮਨ ਨਿਰਮਲ। ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ ਹੈ, ਦਾਵੇ ਬਾਂਧੇ ਪਖ ਹੋਂ ਕੇ ਰਹਿਤ ਸੰਸਾਰ ਹੀ। ਇਹ ਜਿਹੜਾ ਕੁਝ ਦਾਵਾ ਕਰਦੇ ਨੇ ਪੱਖਵਾਦ ਦਾ, ਇਹਦੇ ਤੋਂ ਜਿਹੜੇ ਰਹਿ ਗਏ ਨੇ, ਵੱਖਰੇ ਹੋ ਗਏ। ਹਿੰਦੂ ਕੇ ਤੁਰਕ ਕੌਣ ਜਾਣਤ ਸਮਾਨ ਜਾਉਨ। ਭ੍ਰਮ ਕੋ ਬੇਦਾਰ ਔਰ ਦੇਖੈ ਏਕ ਸਾਰ ਹੀ। ਇਹ ਹਿੰਦੂ ਹੈ, ਇਹ ਤੁਰਕ ਹੈ, ਇਹ ਫਲਾਣਾ ਹੈ। ਇਹ ਭਰਮ ਨੂੰ ਜਿਨ੍ਹਾਂ ਨੇ ਤਿਆਗ ਦਿੱਤਾ, ਇੱਕ ਪਰਮੇਸ਼ਰ ਨੂੰ ਜਾਣਦੇ ਕਿ ਸਾਰੇ ਪਾਸੇ ਪਰਮੇਸ਼ਰ ਵਸ ਰਿਹਾ। ਰਾਮ ਸੋ ਰਹੀਮ ਹੈ, ਅੱਲਾਹ ਸੋ ਅਕਾਲ ਰੂਪ। ਜਾਨੀਏ ਖੁਦਾਏ ਸੋ ਏਕ ਏਕੰਕਾਰ ਹੀ। ਉਹੀ ਰਾਮ, ਉਹੀ ਰਹੀਮ, ਉਹੀ ਅੱਲਾ ਖੁਦਾ, ਉਹੀ ਅਕਾਲ ਪੁਰਖ, ਉਹੀ ਹੈ, ਇੱਕ ਹੀ ਹੈ। ਜਿਨ੍ਹਾਂ ਨੇ ਇਹ ਭੇਦ ਨੂੰ ਜਾਣ ਲਿਆ ਹੈ। ਮੂੜ ਨਹੀਂ ਪਾਵੈ ਭੇਦ ਬਾਦ ਕੋ ਰਚਾਵੈ ਨਿਤ। ਪਾਏ ਦੁੱਖ ਭਾਰੀ ਜਾਏ ਨਰਕ ਮਝਾਰ ਹੀ। ਮਹਾਰਾਜ ਕਹਿੰਦੇ ਤੁਹਾਨੂੰ ਕੀ ਦਸੀਏ, ਜਿਹੜੇ ਮੂਰਖ ਲੋਕ ਨੇ ਇਹਨਾਂ ਭਰਮਾਂ ਦੇ ਵਿੱਚੋਂ ਉਹਨਾਂ ਨੇ ਨਹੀਂ ਨਿਕਲਣਾ, ਨਾ ਨਿਕਲੇ ਤੇ ਨਰਕ ਵਿੱਚ ਪਾਏ ਜਾਣਗੇ। ਪਾਏ ਦੁੱਖ ਭਾਰੀ ਜਾਏ ਨਰਕ ਮਝਾਰ ਹੀ। ਦੁੱਖ ਪਾਉਣਗੇ ਭਾਰੀ ਸੰਸਾਰ ਅੰਦਰ ਰਹਿੰਦਿਆਂ, ਤੇ ਫਿਰ ਨਰਕ ਦੇ ਵਿੱਚ ਪਾਏ ਜਾਣਗੇ ਉਹ ਲੋਕ। ਕਵਿਤ ਐਸੇ ਸੁਨ ਬੈਨ ਗੁਰੂ ਨਾਨਕੋ ਕੋ ਨਿਵੇ ਸਭ। ਐਂਚੇ ਜਿਉ ਬਨਚ ਕੋ ਤਨੋਖ ਨਿਤ ਨਿਵ ਜਾਤ ਹੈ। ਭਾਈ ਸੰਤੋਖ ਸਿੰਘ ਜੀ ਇੱਥੇ ਉਦਾਹਰਨ ਦਿੰਦੇ, ਕਹਿੰਦੇ ਜਦੋਂ ਐਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਉਹ ਰੁਕਨਦੀਨ ਕਾਜੀ ਨੇ ਤੇ ਹੋਰ ਮੁਲਾਣਿਆਂ ਨੇ ਸੁਣੇ ਤੇ ਨੀਵੇਂ ਹੋ ਗਏ। ਕਿਉਂਕਿ ਕੁਝ ਕਹਿ ਲਓ ਕਿ ਚੰਗੇ ਭਾਗ ਜਾਗੇ, ਗੁਰੂ ਕੀ ਸਿੱਖਿਆ ਉਹਨਾਂ ਨੇ ਗ੍ਰਹਿਣ ਕਰ ਲਈ, ਮੰਨ ਲਏ ਬਚਨ, ਤੇ ਨੀਵੀਂ ਬਾਲ ਲਈ ਨਿਮਰਤਾ ਦੇ ਵਿੱਚ ਆਏ। ਉਦਾਹਰਨ ਕੀ ਦਿੰਦੇ ਨੇ, ਕਹਿੰਦੇ ਜਿੱਦਾਂ ਧਨੁੱਖ ਨੂੰ ਖਿੱਚੀਏ ਤੇ ਉਹ ਡਾਉਣ ਜਿਹਾ ਹੋ ਜਾਂਦਾ ਹੈ, ਇਕੱਠਾ ਜਿਹਾ ਹੋ ਜਾਂਦਾ, ਇਸੇ ਤਰ੍ਹਾਂ ਹੀ ਜਦੋਂ ਮਹਾਰਾਜ ਜੀ ਨੇ ਖਿੱਚ ਕੇ ਇਹਨਾਂ ਨੂੰ ਕੁਝ ਸਿਧਾਂਤ ਬਖਸ਼ਿਆ ਹੈ, ਉਸ ਸਮੇਂ ਫਿਰ ਕੁਝ ਨੀਵੇਂ ਹੋ ਗਏ। ਭਏ ਮਨ ਦੀਨ ਸੋ ਖੁਦਾਏ ਦੇਹ ਚੀਨ। ਪਦ ਬੰਦਨਾ ਕੋ ਕੀਨ ਜਬ ਦੇਖੀ ਕਰਾਮਾਤ ਹੈ। ਬੜੇ ਦੀਨ ਨਿਮਾਣੇ ਹੋ ਕੇ ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕਰਦੇ ਐਸੀ ਵੱਡੀ ਕਰਾਮਾਤ ਨੂੰ ਦੇਖ ਕੇ ਕਿ ਇਹਨਾਂ ਨੇ ਸਾਡਾ ਕਾਬਾ ਹੀ ਘੁਮਾ ਦਿੱਤਾ ਹੈ। ਕਮਲ ਬਦਨ ਬਿਗਸਤ ਹਰ ਖਾਤ ਚਿਤ ਮੋਹ ਕੇ ਨਿਕੰਦ ਦੇਖਾ ਭਾਨ ਪ੍ਰਭਾਤ ਹੈ। ਗੁਰੂ ਨਾਨਕ ਦੇਵ ਮਹਾਰਾਜ ਫਿਰ ਬਹੁਤ ਖੁਸ਼ੀ ਧਾਰਨ ਕਰਦੇ। ਉਹ ਵੀ ਮਹਾਰਾਜ ਜੀ ਨੂੰ ਜਿੱਦਾਂ ਕਮਲ ਸੰਗਤ ਜੀ ਸੂਰਜ ਵੱਲ ਦੇਖ ਕੇ ਖਿੜ ਉੱਠਦੇ ਨੇ, ਉਹ ਹੀ ਮਹਾਰਾਜ ਸਤਿਗੁਰਾਂ ਜੀ ਨੂੰ ਸੂਰਜ ਦੀ ਤਰ੍ਹਾਂ, ਉਹ ਭੌਰਿਆਂ ਦੀ ਤਰ੍ਹਾਂ, ਜਾਂ ਕਹਿ ਲਓ ਇਹ ਕਮਲ ਦੀ ਤਰ੍ਹਾਂ ਬਣ ਗਏ। ਅਤੇ ਗੁਰੂ ਨਾਨਕ ਦੇਵ ਮਹਾਰਾਜ ਸੂਰਜ ਦੀ ਤਰ੍ਹਾਂ ਪ੍ਰਕਾਸ਼ ਕਰਨ ਵਾਲੇ ਨੇ। ਅਤੇ ਫਿਰ ਮਹਾਰਾਜ ਜੀ ਨੂੰ ਦੇਖ ਕੇ ਉਹਨਾਂ ਦੇ ਹਿਰਦੇ ਵੀ ਖੇੜੇ ਵਿੱਚ ਆ ਗਏ। ਸੇਵੈ ਹਿਤ ਲਾਈ ਚੰਚਰੀਕ ਜਿਉ ਲੁਭਾਈ। ਹੋਰ ਜਾਣੇ ਗਤ ਦਾਈ ਇਹ ਚਰਨ ਜਗ ਜਲ ਜਾਤ ਹੈ। ਭੌਰਿਆਂ ਦੀ ਤਰ੍ਹਾਂ ਸੰਗਤ ਜੀ ਉਹਨਾਂ ਵੀ ਗੁਰੂ ਕੇ ਚਰਨਾਂ ਨੂੰ ਫਿਰ ਸਪਰਸ਼ਿਆ, ਜਿੱਦਾਂ ਭੌਰੇ ਜਾ ਕੇ ਕਮਲ ਨੂੰ ਸਪਰਸ਼ਦੇ ਨੇ, ਇਸੇ ਤਰ੍ਹਾਂ ਭੌਰਿਆਂ ਦੀ ਤਰ੍ਹਾਂ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਜੋ ਕਮਲ ਦੀ ਤਰ੍ਹਾਂ ਨੇ ਉਹਨਾਂ 'ਤੇ ਲੁਭਾਈਮਾਨ ਹੋਏ। ਹਿਰਦੇ ਅੰਦਰ ਜਾਣ ਲਿਆ ਰੁਕਮਦੀਨ ਕਾਜੀ ਨੇ ਕਿ ਇਹ ਅੱਲਾ ਦਾ ਸਰੂਪ ਗਤ ਕਰਨ, ਮੁਕਤੀ ਕਰਨ ਵਾਸਤੇ ਸਾਡੇ ਆਏ ਹੋਏ। ਦੋਹਰਾ ਬੀਤਿਓ ਕੇਤਕ ਕਾਲ ਜਬ ਰਹਤੇ ਤਹਾਂ ਸਥਾਨ। ਇੱਦਾਂ ਕੁਝ ਕੁ ਸਮਾਂ ਮਹਾਰਾਜ ਜੀ ਉੱਥੇ ਰਹਿ ਕੇ ਫਿਰ ਬਤੀਤ ਕਰਦੇ ਨੇ। ਪੂਰਨ ਕੀਨੋ ਧਿਆਨ ਅਬ ਕਥਾ ਸੁਭਕ। ਪੂਰਨ ਕੀਨੋ ਧਿਆਏ ਅਬ ਕਥਾ ਸੁਭਕ ਸੁਖਦਾਨ। ਭਾਈ ਸੰਤੋਖ ਸਿੰਘ ਜੀ ਆਖਦੇ ਕਿ ਇਹ ਜਿਹੜੀ ਸ੍ਰੇਸ਼ਟ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਸੀ, ਉਹਦਾ ਮੈਂ ਇੱਥੇ ਅਧਿਆਏ ਜਿਹੜਾ ਇੱਥੇ ਸਮਾਪਤ ਕੀਤਾ ਹੈ। ਜੋ ਮਹਾਰਾਜ ਮੱਕੇ ਦੇ ਵਿੱਚ ਕੌਤਕ ਵਰਤਾਉਂਦੇ ਨੇ, ਮੱਕਾ ਫਿਰਦਾ ਹੈ, ਉਹ ਕਾਜੀ ਮੁਲਾਣਿਆਂ ਦੇ ਨਾਲ ਕੁਝ ਗੱਲਾਂ ਬਾਤਾਂ ਹੁੰਦੀਆਂ ਨੇ, ਉਹ ਪ੍ਰਸੰਗ ਨੂੰ ਆਖਦੇ ਕਿ ਇੱਥੇ ਮੈਂ ਹੁਣ ਤੁਹਾਨੂੰ ਸੁਣਾ ਕੇ ਤੇ ਪ੍ਰਸੰਗ ਸਮਾਪਤ ਕਰਦਾ ਹਾਂ। ਇਹ ਪਾਵਨ ਬੋਲ ਗੁਰੂ ਕੇ ਇਤਿਹਾਸ ਦੇ ਆਪਾਂ ਸਰਵਣ ਕੀਤੇ ਨੇ, ਜਿਹਦੇ ਵਿੱਚੋਂ ਬੇਅੰਤਰਾਂ ਕਰਕੇ ਕੁਝ ਸੰਗਤ ਜੀ ਸਾਨੂੰ ਲੱਭਦਾ ਹੈ, ਗੁਰੂ ਕੇ ਜੀਵਨ ਵਿੱਚੋਂ ਸਿੱਖਿਆ ਪ੍ਰਾਪਤ ਹੁੰਦੀਆਂ ਨੇ।